ਅਸਲ 'ਚ ਪੰਜਾਬ ਦੀ ਤਰਾਸਦੀ ਇਹ ਹੈ ਕਿ ਜਿਹੜੀਆਂ ਧਿਰਾਂ ਨੂੰ ਆਪਾਂ ਸਰਕਾਰ ਬਣਾ ਕੇ ਖਜ਼ਾਨੇ ਦੀ ਚਾਬੀ ਦੇ ਦਿੰਦੇ ਆ ਉਹ ਕਾਫੀ ਅਰਸੇ ਤੋਂ ਲੁੱਟਦੇ ਨੇ। ਇੱਕ ਮੁੱਦਾ ਚੱਕਦੇ ਨੇ ਉਹਨੂੰ ਛੱਡ ਦਿੰਦੇ ਨੇ, ਦੂਜਾ ਚੱਕਦੇ ਨੇ ਉਹਨੂੰ ਵੀ ਛੱਡ ਦਿੰਦੇ ਨੇ, ਫਿਰ ਤੀਜਾ ਚੱਕਦੇ ਉਹਨੂੰ ਵੀ ਛੱਡ ਦਿੰਦੇ ਨੇ। ਜਸਟ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਜਿੱਦਾਂ ਕਹਿੰਦੇ ਕਿ ਬਰਾਊਨੀ ਪੁਆਇੰਟ ਸਕੋਰ ਕਰਨ ਦੀ ਪੋਲਿਟਿਕਸ ਚੱਲ ਰਹੀ, ਯਾਨੀ ਕਿ ਨੰਬਰ ਬਣਾਉਣ ਦੀ ਰਾਜਨੀਤੀ ਚੱਲ ਰਹੀ ਹੈ। ਸਾਡੇ ਹੀ ਦੋਸਤ ਜਿਹੜੇ ਇਨਕਲਾਬੀ ਨੇ ਉਹਨਾਂ ਦਾ ਡੈਂਟਲ ਕਾਲਜ ਆ, ਉਸ ਡੈਂਟਲ ਕਾਲਜ ਦੇ ਵਿੱਚ ਜਿਹੜੀ ਫੀਸ ਆ ਉਹ 1 ਸਾਲ ਦੀ ਐਡਵਾਂਸ ਲੈਂਦੇ ਨੇ, ਜਿਹੜੀ ਉਹਨਾਂ ਨੇ ਪਿਛਲੇ ਜੂਨ ਵਿੱਚ ਲਈ 2019 ਵਿੱਚ, ਉਹਨਾਂ ਨੇ 2020 ਜੂਨ ਤੱਕ ਐਡਵਾਂਸ ਵਿੱਚ ਲਈ ਹੈ। ਉਹ ਟਿਊਸ਼ਨ ਫੀਸ ਛੱਡ ਦਿਓ, ਸਿਰਫ ਜਿਹੜੀ ਹੋਸਟਲ ਤੇ ਮੈਸ ਦੀ ਫੀਸ ਹੈ ਖਾਣੇ ਪੀਣੇ ਦੀ ਤੇ ਰਹਿਣ ਦੀ, ਉਹ 1,78,000 ਰੁਪਏ ਇੱਕ ਸਟੂਡੈਂਟ ਦੀ 1 ਸਾਲ ਦੀ ਹੈ। ਤੇ ਹੁਣ ਉੱਧਰ ਆਪਾਂ ਧਰਨਾ ਲਾ ਕੇ ਕਹਿੰਦੇ ਕਿ ਫੀਸਾਂ ਮਾਫ ਕਰੋ ਤੇ ਘਟਾਓ। ਅਕਾਲੀ ਦਲ ਦੀ ਜਿਹੜੀ ਰਾਜਨੀਤੀ ਆ ਉਹ ਮੈਨੂੰ ਸਮਝ ਆਉਂਦੀ ਆ, ਉਹ ਬਹੁਤਾ ਡਟ ਕੇ ਕਿਸੇ ਵੀ ਇਸ਼ੂ ਦੇ ਉੱਤੇ ਵਿਰੋਧ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਹਰ ਗੱਲ ਵਿੱਚ ਚੋਰ ਤੇ ਕਾਣੇ ਨੇ। ਮੇਨ ਆਪੋਜੀਸ਼ਨ ਪਾਰਟੀ ਸੀ ਆਮ ਆਦਮੀ ਪਾਰਟੀ, ਉਹਨਾਂ ਨੇ ਕਿਸੇ ਇਸ਼ੂ ਤੇ ਰਿਸਰਚ ਕਰਕੇ ਪ੍ਰੋਪਰਲੀ ਉਸ ਨੂੰ ਇੱਕ ਮੁੱਦੇ ਨੂੰ ਜੜੋਂ ਫੜ ਕੇ ਕੰਸਿਸਟੈਂਟਲੀ ਲੜਾਈ ਨਹੀਂ ਦਿੱਤੀ। ਉਹਦੇ ਜਿਹੜਾ ਨੇਪਾਲੀ ਸੀ ਜਿਸ ਨੂੰ ਉਹਨੇ ਬੇਨਾਮੀ ਠੇਕਾ ਲੈ ਕੇ ਦਿੱਤਾ ਸੀ ਰੇਤਾਂ ਦੇ ਖੱਡਾਂ ਦਾ, ਉਹ ਕਰਦੇ ਕੈਪਟਨ ਅਮਰਿੰਦਰ ਸਿੰਘ ਨੂੰ ਜਸਟਿਸ ਨਾਰੰਗ ਕਮਿਸ਼ਨ ਬਣਾਉਣਾ ਪਿਆ, ਹਾਲਾਂਕਿ ਫਰਜ਼ੀ ਕਮਿਸ਼ਨ ਸੀਗਾ, ਜੱਜ ਵੀ ਇਹਨਾਂ ਦਾ ਆਪਣਾ ਲਾਇਆ ਸੀ। ਕੈਪਟਨ ਸਾਹਿਬ ਨੇ 100 ਦੇ ਕਰੀਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰਸ ਤੇ ਇੰਸਪੈਕਟਰਸ ਨੂੰ ਦਾ ਤਬਾਦਲਾ ਕਰਤਾ। ਪਰ ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਕਿ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਸ਼ਰਾਬ ਫੜੀ ਗਈ ਡਿਸਟਿਲਰੀਆਂ ਮਾਲਕਾਂ ਦੇ ਕੋਲ, ਜਿਹੜੇ ਕਿ ਟਰੱਕਾਂ ਦੇ ਟਰੱਕ ਵੇਚਦੇ ਨੇ, ਇਹਨਾਂ ਤੇ ਕਾਰਵਾਈ ਕੀ ਕੀਤੀ ਹੈ? ਲਗਭਗ 2000 ਕਰੋੜ ਰੁਪਇਆ 1 ਸਾਲ ਵਿੱਚ ਇੱਕ ਡਿਪਾਰਟਮੈਂਟ ਚੋਂ, ਜਿਹੜੀ ਕਿ ਐਕਸਾਈਜ਼ ਐਂਡ ਟੈਕਸੇਸ਼ਨ ਆ, ਜਿਹਦੇ ਕਿ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਆ, ਉਸ ਡਿਪਾਰਟਮੈਂਟ ਚੋਂ ਲਗਭਗ 2000 ਕਰੋੜ ਰੁਪਏ ਦੀ ਚੋਰੀ 1 ਸਾਲ ਵਿੱਚੋਂ। ਇਹ ਤਾਂ ਸਿਰਫ ਉਹ ਅੰਕੜੇ ਆ ਜਿਹੜੇ ਗਵਰਨਮੈਂਟ ਆਪ ਐਡਮਿਟ ਕਰ ਰਹੀ ਹੈ। ਜਿਹੜੀ ਬਾਕੀ ਪਿਲਫਰੇਜ ਹੋ ਰਹੀ ਆ, 2 ਨੰਬਰ ਦਾ ਰੀਟੇਲ ਵਿੱਚ ਠੱਗੀ ਠੋਰੀ ਹੋ ਰਹੀ ਆ, ਉਹਦਾ ਤਾਂ ਮੇਰਾ ਖਿਆਲ ਕੋਈ ਹਿਸਾਬ ਨਹੀਂ। ਰਾਜਾ ਵੜਿੰਗ ਨੇ ਟਵੀਟ ਕਿ ਜਿਹੜਾ ਚੀਫ ਸੈਕਟਰੀ ਆ, ਇਸ ਦੇ ਬੇਟੇ ਨੇ ਜਿਹੜੀ ਜਗਤਜੀਤ ਇੰਡਸਟਰੀਜ਼ ਦਾ ਹਮੀਰਾ ਕਪੂਰਥਲੇ ਵਿੱਚ, ਇਹਨੇ ਬੇਨਾਮੀ ਉਹਦੇ ਵਿੱਚ ਹਿੱਸਾ ਪਾ ਕੇ ਤੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਣਾ। ਉਹ ਕਿੰਨੀ ਵੱਡੀ ਲੁੱਟ ਹੋ ਰਹੀ ਹੈ ਔਰ ਚੀਫ ਸੈਕਟਰੀ ਆਪ ਹੀ ਉਹਦੇ 'ਚ ਇਨਵੋਲਵਡ ਹੈ। ਤੇ ਚੀਫ ਸੈਕਟਰੀ ਜਿਹੜੇ ਡਿਪਾਰਟਮੈਂਟ ਦੇ ਫਾਈਨੈਂਸ਼ੀਅਲ ਕਮਿਸ਼ਨਰ ਸੀਗੇ, ਉਹਨਾਂ ਦਾ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਬਤੌਰ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ। ਦੇਖੋ ਫਖਰ ਵਾਲੀ ਗੱਲ ਨਹੀਂ, ਪਰ ਕਹਿੰਦੇ ਨੇ ਨਾ ਕਿ ਪੰਜਾਬ ਦੇ ਐਲਕੋਹਲ ਕੰਜ਼ੰਪਸ਼ਨ ਸਭ ਤੋਂ ਹਾਈਐਸਟ ਹੈ ਸਾਰੇ ਇੰਡੀਆ 'ਚ, ਤੇ ਫਿਰ ਸਾਡੇ ਨਾਲੋਂ ਦੂਜੀਆਂ ਸਟੇਟਾਂ ਦੀ ਆਮਦਨ ਤੋਂ ਜ਼ਿਆਦਾ। ਤੇ ਜਦੋਂ 20,000 ਕਰੋੜ ਰੁਪਈਆ ਇਕੱਲਾ ਇੰਟਰਸਟ ਪੇਮੈਂਟ 'ਤੇ ਜਾਊਗਾ, ਤੇ ਫਿਰ ਸਕੂਲ ਕਿੱਥੋਂ ਬਣ ਜਾਣਗੇ, ਫਿਰ ਹਸਪੀਟਲ ਕਿੱਥੋਂ ਬਣ ਜਾਣਗੇ, ਫਿਰ ਸਾਡੇ ਬੱਚਿਆਂ ਨੂੰ ਜੌਬਸ ਕਿੱਥੋਂ ਮਿਲ ਜਾਣਗੇ, ਪਿੰਡਾਂ 'ਚ ਸੜਕਾਂ ਕਿੱਦਾਂ ਬਣ ਜਾਣਗੀਆਂ, ਪਿੰਡਾਂ 'ਚ ਵੈਟਰਨਰੀ ਹਸਪੀਟਲ ਕਿੱਥੋਂ ਬਣ ਜਾਣਗੇ। ਜਿਹੜੇ ਕੁਝ ਸਾਡੇ ਸੱਜਣ ਕਹਿੰਦੇ ਕਿ ਅਸੀਂ ਦਿੱਲੀ ਦਾ ਮਾਡਲ ਲਾਗੂ ਕਰ ਦਾਂਗੇ, ਨਹੀਂ ਹੋ ਸਕਦਾ। ਤੇ 3 ਸਾਲ ਜਿਹੜੇ ਲੰਘ ਗਏ ਨੇ ਕੈਪਟਨ ਸਾਹਿਬ ਦੀ ਸਰਕਾਰ ਦੇ, ਜਿਹਦੇ 'ਚ ਸੁੱਤੇ ਪਏ ਸੀ, ਜਿਹਦੇ ਕਰਕੇ ਸਾਡੀ ਐਕਸਾਈਜ਼ ਦੀ ਆਮਦਨ ਘਟਦੀ ਇੰਨੀ ਘਟ ਗਈ ਕਿ ਹੁਣ 1 ਸਾਲ ਵਿੱਚ ਪਿਛਲੇ 11 ਮਹੀਨਿਆਂ ਵਿੱਚ 1820 ਕਰੋੜ ਰੁਪਏ ਦੀ ਐਕਸਾਈਜ਼ ਰੈਵਨਿਊ ਲਾਸ ਹੋਇਆ ਪੰਜਾਬ। ਕੋਈ ਹੈ ਪੁੱਛਗਿੱਛ ਕਰਨ ਵਾਲਾ ਕਿ ਜਿਹੜੀ 3 ਸਾਲਾਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਜਿਹੜੀ ਹਜ਼ਾਰਾਂ ਕਰੋੜ ਰੁਪਏ ਦੀ ਸਾਡੀ ਲੁੱਟ ਹੋ ਗਈ ਆ, ਕੋਈ ਇਹਨਾਂ ਦੀ ਰਿਸਪੌਂਸਿਬਿਲਿਟੀ ਫਿਕਸ ਕਰੂਗਾ? ਹੁਣ ਮੇਰੇ ਉੱਤੇ ਸਿੱਧੀਆਂ ਉਂਗਲੀਆਂ ਉੱਠਣੀਆਂ ਲੱਗੀਆਂ, ਅਖਬਾਰਾਂ ਵਾਲੇ ਵੀ ਛਾਪਣ ਲੱਗ ਗਏ, ਪ੍ਰਿੰਟ ਮੀਡੀਆ ਵੀ ਮਗਰ ਪੈ ਗਿਆ। ਇਸ ਲਈ ਹੁਣ ਤੁਸੀਂ ਜਿਹੜਾ ਮਗਰਲਾ ਲੁੱਟ ਲਿਆ ਹੈ ਕਿ ਲੁੱਟ ਲਿਆ, ਹੁਣ ਮੈਂ ਤੁਹਾਨੂੰ ਗਾਂਹ ਤੋਂ ਨਹੀਂ ਲੁੱਟਣ ਦਊਂਗਾ, ਜਾਂ ਥੋੜਾ ਲੁੱਟਿਓ ਜਿਹਦੇ ਨਾਲ ਮੇਰੀ ਬਦਨਾਮੀ ਨਾ ਹੋਵੇ। ਆਹ ਪੰਜਾਬ ਦੀ ਰਾਜਨੀਤੀ ਖੜੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਜੋ ਪੰਜਾਬ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਸ ਵਿੱਚ ਲੁੱਟ ਖਸੁੱਟ ਹੋ ਰਹੀ ਹੈ, ਉਹਦੇ ਸਿਲਸਿਲੇ 'ਚ ਗੱਲ ਕਰਨੀ। ਅਸਲ 'ਚ ਪੰਜਾਬ ਦੀ ਤਰਾਸਦੀ ਇਹ ਹੈ ਕਿ ਜਿਹੜੀਆਂ ਧਿਰਾਂ ਨੂੰ ਆਪਾਂ ਸਰਕਾਰ ਬਣਾ ਕੇ ਖਜ਼ਾਨੇ ਦੀ ਚਾਬੀ ਦੇ ਦਿੰਦੇ ਆ, ਉਹ ਕਾਫੀ ਅਰਸੇ ਤੋਂ ਲੁੱਟਦੇ ਨੇ। ਉਹਨਾਂ ਨੂੰ ਪੰਜਾਬ ਦੇ ਜਿਹੜੇ ਆਮ ਆਵਾਮ ਦੇ ਬੇਸਿਕ ਇਸ਼ੂਜ਼ ਨੇ, ਐਜੂਕੇਸ਼ਨ, ਹੈਲਥ ਕੇਅਰ, ਰੋਜ਼ਗਾਰ, ਇਹਨਾਂ ਨਾਲ ਕੋਈ ਬਹੁਤਾ ਸਰੋਕਾਰ ਨਹੀਂਗਾ। ਇਹ ਏਜੰਡਾ ਉਹਨਾਂ ਦਾ ਬਣ ਚੁੱਕਿਆ ਪਿਛਲੇ 10-15 ਸਾਲ ਅਕਾਲੀ ਦਲ ਦੇ ਰਾਜ, ਉਸ ਤੋਂ ਪਹਿਲਾਂ ਤੇ ਹੁਣ ਲਗਾਤਾਰ। ਜਿਹੜੀ ਦੂਜੀ ਤਰਾਸਦੀ ਆ ਕਿ ਜਿਹੜੀ ਆਪੋਜੀਸ਼ਨ ਹੁੰਦੀ ਆ, ਜਿਨ੍ਹਾਂ ਨੂੰ ਆਪਾਂ ਵਿਰੋਧੀ ਧਿਰਾਂ ਦਾ ਰੋਲ ਦਿੰਦੇ ਆ,
ਉਹ ਵੀ ਕਿਤੇ ਨਾ ਕਿਤੇ ਜ਼ੋਰਦਾਰ ਢੰਗ ਦੇ ਨਾਲ ਕਿਸੇ ਇੱਕ ਇਸ਼ੂ ਨੂੰ ਫੜ ਕੇ ਕਿਸੇ ਲੌਜੀਕਲ ਕੰਕਲੂਜਨ ਤੱਕ ਨਹੀਂ ਲੈ ਕੇ ਜਾਂਦੇ। ਇੱਕ ਮੁੱਦਾ ਚੱਕਦੇ ਨੇ, ਉਹਨੂੰ ਛੱਡ ਦਿੰਦੇ ਨੇ, ਦੂਜਾ ਚੱਕਦੇ ਨੇ, ਉਹਨੂੰ ਵੀ ਛੱਡ ਦਿੰਦੇ ਨੇ, ਫਿਰ ਤੀਜਾ ਚੱਕਦੇ ਉਹਨੂੰ ਵੀ ਛੱਡ ਦਿੰਦੇ ਨੇ। ਜਸਟ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਜਿੱਦਾਂ ਕਹਿੰਦੇ ਕਿ ਬਰਾਉਨੀ ਪੁਆਇੰਟ ਸਕੋਰ ਕਰਨ ਦੀ ਪੋਲਿਟਿਕਸ ਚੱਲ ਰਹੀ, ਯਾਨੀ ਕਿ ਨੰਬਰ ਬਣਾਉਣ ਦੀ ਰਾਜਨੀਤੀ ਚੱਲ ਰਹੀ ਹੈ। ਹਾਂ, ਅਕਾਲੀ ਦਲ ਦੀ ਜਿਹੜੀ ਰਾਜਨੀਤੀ ਆ ਉਹ ਮੈਨੂੰ ਸਮਝ ਆਉਂਦੀ ਆ। ਉਹ ਬਹੁਤਾ ਡਟ ਕੇ ਕਿਸੇ ਵੀ ਇਸ਼ੂ ਦੇ ਉੱਤੇ ਵਿਰੋਧ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਹਰ ਗੱਲ ਵਿੱਚ ਚੋਰ ਤੇ ਕਾਣੇ ਨੇ। ਚਾਹੇ ਉਹ ਡਰੱਗਸ ਦੀ ਗੱਲ ਆ, ਚਾਹੇ ਉਹ ਰੇਤ ਮਾਫੀਆ ਦੀ ਗੱਲ ਆ, ਚਾਹੇ ਉਹ ਸ਼ਰਾਬ ਮਾਫੀਆ ਦੀ ਗੱਲ ਆ, ਚਾਹੇ ਉਹ ਟਰਾਂਸਪੋਰਟ ਮਾਫੀਆ ਦੀ ਗੱਲ ਆ, ਚਾਹੇ ਭ੍ਰਿਸ਼ਟਾਚਾਰ ਦੀ ਗੱਲ ਆ, ਕਿਸੇ ਗੱਲ ਵਿੱਚ ਉਹ ਡਟ ਕੇ ਵਿਰੋਧ ਨਹੀਂ ਕਰ ਸਕਦੇ। ਇਸ ਕਰਕੇ ਉਹ ਰਸਮੀ ਵਿਰੋਧ ਕਰਕੇ ਤੇ ਅਗਲਾ ਮੁੱਦਾ ਚੱਕ ਲੈਂਦੇ ਨੇ, ਫਿਰ ਅਗਲਾ ਮੁੱਦਾ ਚੱਕ ਲੈਂਦੇ। ਜਿਹੜੀ ਮੇਨ ਆਪੋਜੀਸ਼ਨ ਪਾਰਟੀ ਸੀ ਆਮ ਆਦਮੀ ਪਾਰਟੀ, ਉਹਨਾਂ ਨੇ ਕਿਸੇ ਇਸ਼ੂ ਤੇ ਰਿਸਰਚ ਕਰਕੇ ਪ੍ਰੋਪਰਲੀ ਉਸ ਨੂੰ ਇੱਕ ਮੁੱਦੇ ਨੂੰ ਜੜੋਂ ਫੜ ਕੇ ਕੰਸਿਸਟੈਂਟਲੀ ਲੜਾਈ ਨਹੀਂ ਦਿੱਤੀ। ਮਤਲਬ ਇੱਕ ਇਸ਼ੂ ਨੂੰ ਫੜਿਆ, ਜਿੱਦਾਂ ਕੋਈ ਇਹਦੇ 'ਚ ਵਡਿਆਈ ਨਹੀਂ, ਲੇਕਿਨ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਉਦੋਂ ਅਸੀਂ ਮਾਈਨਿੰਗ ਮਾਫੀਆ ਨੂੰ ਬਕਾਇਦਾ ਫੜਿਆ ਔਰ ਫਿਰ ਉਹਦੇ ਤੇ 3-4 ਮਹੀਨੇ ਲੜਾਈ ਲੜਨੀ ਪਈ। ਜਦੋਂ ਰਾਣੇ ਗੁਰਜੀਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ 'ਚੋਂ ਕੱਢਿਆ, ਪਹਿਲਾਂ ਤਾਂ ਅਮਰਿੰਦਰ ਸਿੰਘ ਜੀ ਨੇ ਉਸ ਨੂੰ ਬਿਲਕੁਲ ਕਲੀਨ ਚਿੱਟ ਦਿੱਤੀ ਸੀ ਬਗੈਰ ਕਿਸੇ ਗੱਲ ਤੋਂ। ਅਲਟੀਮੇਟਲੀ ਜਦੋਂ ਅਸੀਂ ਕੰਸਿਸਟੈਂਟਲੀ ਲੜਾਈ ਲੜਦੇ ਰਹੇ, ਰੋਜ਼ ਤਕਰੀਬਨ ਨਵੇਂ ਤੱਥ ਪੇਸ਼ ਕਰਦੇ ਰਹੇ, ਉਹਦੀ ਕੰਪਨੀਆਂ ਦੀ ਸ਼ਮੂਲੀਅਤ, ਉਹਦੇ ਜਿਹੜਾ ਨੇਪਾਲੀ ਸੀ ਜਿਸ ਨੂੰ ਉਹਨੇ ਬੇਨਾਮੀ ਠੇਕਾ ਲੈ ਕੇ ਦਿੱਤਾ ਸੀ ਰੇਤਾਂ ਦੀ ਖੱਡਾਂ ਦਾ, ਉਹ ਕਰਦੇ ਕੈਪਟਨ ਅਮਰਿੰਦਰ ਸਿੰਘ ਨੂੰ ਜਸਟਿਸ ਨਾਰੰਗ ਕਮਿਸ਼ਨ ਬਣਾਉਣਾ ਪਿਆ। ਹਾਲਾਂਕਿ ਫਰਜ਼ੀ ਕਮਿਸ਼ਨ ਸੀਗਾ, ਜੱਜ ਵੀ ਇਹਨਾਂ ਦਾ ਆਪਣਾ ਲਾਇਆ ਸੀਗਾ। ਪਰ ਜਦੋਂ ਉਸਨੇ ਰਿਪੋਰਟ ਦਿੱਤੀ, ਅਸੀਂ ਉਸ ਰਿਪੋਰਟ ਨੂੰ ਆਰਟੀਆਈ ਦੇ ਅਧੀਨ ਲੈ ਕੇ, ਤੇ ਜਦੋਂ ਮੈਂ ਉਹਦੇ ਪੂਰੇ ਛਾਣਬੀਨ ਕੀਤੀ, ਉਸੇ ਰਿਪੋਰਟ 'ਚ ਬਹੁਤ ਤੱਥ ਮਿਲ ਗਏ ਉਹਦੀ। ਹਾਲਾਂਕਿ ਉਸਨੇ ਵੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਰਿਪੋਰਟ ਵਿੱਚ ਜਿਹੜੇ ਕੁਝ ਇਸ ਤਰ੍ਹਾਂ ਦੇ ਅਹਿਮ ਤੱਥ ਸੀ, ਜਿੱਦਾਂ ਮਿਸਾਲ ਦੇ ਤੌਰ ਤੇ ਜਿਹੜਾ ਗੁਰਿੰਦਰ ਪਾਪਾ ਇੱਕ ਠੇਕੇਦਾਰ ਸੀ ਇਰੀਗੇਸ਼ਨ ਡਿਪਾਰਟਮੈਂਟ ਦਾ, ਜਿਹਨੂੰ ਵਿਜੀਲੈਂਸ ਡਿਪਾਰਟਮੈਂਟ ਨੇ 2000 ਕਰੋੜ ਰੁਪਏ ਦੇ ਗਮਨ ਵਿੱਚ ਫੜਿਆ ਸੀ। ਹੁਣ ਪਿੱਛੇ ਤਾਜ਼ਾ ਹੀ 2017 ਦੀ ਚੋਣ ਤੋਂ ਬਾਅਦ ਰਾਣੇ ਗੁਰਜੀਤ ਨੇ ਉਹਦੇ ਕੋਲੋਂ 5 ਕਰੋੜ ਰੁਪਇਆ ਲਿਆ ਹੋਇਆ ਸੀ ਇਨਡਾਇਰੈਕਟਲੀ। ਇਹ ਤੱਥ ਜਿਹੜਾ ਸੀਗਾ ਇਹ ਇੱਦਾਂ ਡੈਮੇਜਿੰਗ ਸੀਗਾ ਕਿ ਉਹ ਸਰਕਾਰ ਲਈ ਬਹੁਤ ਸ਼ਰਮਿੰਦਗੀ ਬਣ ਗਈ। ਅਲਟੀਮੇਟਲੀ ਕਿੱਸਾ ਕੁੱਤਾ, ਮਤਲਬ ਸਭ ਦਾ ਪ੍ਰੈਸ਼ਰ ਪਿਆ, ਇਕੱਲਾ ਮੇਰਾ ਕੋਈ ਕ੍ਰੈਡਿਟ ਨਹੀਂ ਉਹਦੇ ਵਿੱਚ, ਲੇਕਿਨ ਮੀਡੀਆ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਮੀਡੀਆ ਵੀ ਉਦੋਂ ਤੱਕ ਹੀ ਜਾਊਗਾ ਨਾ ਜਦੋਂ ਤੱਕ ਵਿਰੋਧੀ ਧਿਰ ਕੋਈ ਗੱਲ ਉਹਨਾਂ ਨੂੰ ਕੋਈ ਨਵੇਂ ਤੱਥ ਪੇਸ਼ ਕਰੇਗੀ। ਤੁਸੀਂ ਅਗਰ ਤੁਸੀਂ ਰਿਸਰਚ ਕਰਦੇ ਹੋ, ਅਗਰ ਤੁਸੀਂ ਗੱਲ ਕੋਈ ਲਿਆਉਣਾ ਚਾਹੁੰਦੇ ਹੋ, ਤਾਂ ਫਿਰ ਮੀਡੀਆ ਉਸ ਨੂੰ ਸਪੋਰਟ ਕਰ ਦਿੰਦਾ ਕਾਫੀ ਹੱਦ ਤੱਕ। ਠੀਕ ਹੈ, ਮੀਡੀਆ ਬਾਇਸਡ ਆ, ਮੀਡੀਆ ਸਰਕਾਰ ਦੇ ਅਧੀਨ ਆ, ਪਰ ਇੰਨਾ ਵੀ ਨਹੀਂ ਗਾ ਕਿ ਉਹ ਤੁਹਾਡੀ ਗੱਲਾਂ ਨੂੰ ਹਾਈਲਾਈਟ ਨਾ ਕਰੇ। ਹੁਣ ਲੇਟੈਸਟ ਇਸ਼ੂ ਜਿਹੜਾ ਉੱਠਿਆ, ਜਿਹਦੇ ਤੇ ਮੈਂ ਅੱਜ ਗੱਲ ਕਰਨਾ ਚਾਹੁੰਦਾ ਸੀ, ਉਹ ਹੈਗੀ ਆ ਐਕਸਾਈਜ਼ ਦੀ, ਸ਼ਰਾਬ ਦੀ ਠੱਗੀ ਠੋਰੀ ਤੇ ਚੋਰੀ ਤੇ ਸਮਗਲਿੰਗ ਤੇ ਨੰਬਰ 2 ਦੀ ਸ਼ਰਾਬ। ਹੁਣ ਜਿਹੜੇ ਸਰਕਾਰ ਨੇ ਆંકੜੇ ਪੇਸ਼ ਕੀਤੇ, ਮੇਰੇ ਕੋਲ ਟ੍ਰਿਬਿਊਨ ਦੀਆਂ ਰਿਪੋਰਟਸ ਆ, ਮਤਲਬ ਜਿਹੜੀਆਂ ਇੰਪੋਰਟੈਂਟ 2 ਰਿਪੋਰਟਸ ਮੈਂ ਅੱਜ ਉਹਨਾਂ ਤੋਂ ਕੋਟ ਕਰਨਾ ਚਾਹੁੰਦਾ, ਆਪਣੇ ਕੋਲੋਂ ਕੋਟ ਨਹੀਂ ਕਰ ਰਿਹਾ। ਗਵਰਨਮੈਂਟ ਦੇ ਆਪਣੇ ਫਿਗਰਸ ਆંકੜੇ ਕੀ ਕੋਟ ਕਰਦੇ ਨੇ, ਉਹ ਕਹਿੰਦੇ ਜਿਹੜਾ 2017-18 ਦਾ ਸਾਡਾ ਸਾਲ ਲੰਘਿਆ, ਵਿੱਤੀ ਸਾਲ, ਉਹਦੇ 'ਚ ਪਹਿਲਾਂ ਇਹਨਾਂ ਨੂੰ ਘਾਟਾ ਪਿਆ 286 ਕਰੋੜ ਰੁਪਈਆ ਇੱਕ ਸਾਲ ਵਿੱਚ ਘਟਿਆ ਸ਼ਰਾਬ ਦੀ ਆਮਦਨ ਦਾ ਸਰਕਾਰੀ ਖਜ਼ਾਨੇ ਵਿੱਚ। ਜਦੋਂ ਇਹਨਾਂ ਨੇ ਕੋਈ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ, ਸਰਕਾਰ ਨੇ ਕੋਈ ਮਾਫੀਆ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਫਿਰ 2018-19 ਦੇ ਵਿੱਚ ਇੱਕ ਜਿਹੜਾ ਰੈਵਨਿਊ ਲਾਸ ਸੀ ਐਕਸਾਈਜ਼ ਦਾ, ਇਹ ਵੱਧ ਕੇ ਤੇ 927 ਕਰੋੜ ਰੁਪਇਆ ਹੋ ਗਿਆ। ਫਿਰ ਵੀ ਸਰਕਾਰ ਨਹੀਂ ਜਾਗੀ, ਤੇ ਹੁਣ ਪਿਛਲੇ 11 ਮਹੀਨਾ ਜਿਹੜਾ ਕਰੰਟ ਫਾਈਨੈਂਸ਼ੀਅਲ ਈਅਰ ਚੱਲ ਰਿਹਾ 2019-20, ਇਸ ਵਿੱਤੀ ਸਾਲ ਦੇ ਵਿੱਚ ਪਿਛਲੇ 11 ਮਹੀਨਿਆਂ ਵਿੱਚ 1820 ਕਰੋੜ ਰੁਪਈਆ ਐਕਸਾਈਜ਼ ਦੀ ਰੈਵਨਿਊ ਦਾ ਲਾਸ ਹੋਇਆ। ਮਤਲਬ ਲਗਭਗ 2000 ਕਰੋੜ ਰੁਪਈਆ ਇੱਕ ਸਾਲ ਵਿੱਚ ਇੱਕ ਡਿਪਾਰਟਮੈਂਟ ਚੋਂ, ਜਿਹੜੀ ਕਿ ਐਕਸਾਈਜ਼ ਐਂਡ ਟੈਕਸੇਸ਼ਨ ਆ, ਜਿਹਦੇ ਕਿ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਆ, ਉਸ ਡਿਪਾਰਟਮੈਂਟ ਚੋਂ ਲਗਭਗ 2000 ਕਰੋੜ ਰੁਪਏ ਦੀ ਚੋਰੀ ਇੱਕ ਸਾਲ ਵਿੱਚ। ਇਹ ਤਾਂ ਸਿਰਫ ਉਹ ਆંકੜੇ ਆ ਜਿਹੜੇ ਗਵਰਨਮੈਂਟ ਆਪ ਐਡਮਿਟ ਕਰ ਰਹੀ ਆ। ਜਿਹੜੀ ਬਾਕੀ ਪਿਲਫਰੇਜ ਹੋ ਰਹੀ ਆ, 2 ਨੰਬਰ ਦਾ ਰੀਟੇਲ ਵਿੱਚ ਠੱਗੀ ਠੋਰੀ ਹੋ ਰਹੀ ਆ, ਉਹਦਾ ਤਾਂ ਮੇਰਾ ਖਿਆਲ ਕੋਈ ਹਿਸਾਬ ਨਹੀਂ ਗਾ। ਫਿਰ ਜਦੋਂ ਬਹੁਤ ਸ਼ੋਰ ਮਚਿਆ, ਜਿਹਦੇ 'ਚ ਇੰਪੋਰਟੈਂਟ ਗੱਲ ਕੋਟ ਕਰਨ ਵਾਲੀ ਆ ਕਿ ਸ਼ਰਾਬ ਦੇ ਇਸ ਰੈਵਨਿਊ ਲਾਸ ਨੂੰ ਇੰਨਾ ਵੱਡਾ ਸ਼ੋਰ ਮਚਿਆ ਕਿ ਇੱਕ ਕੈਬਨਿਟ ਮੀਟਿੰਗ ਕੈਪਟਨ ਸਾਹਿਬ ਨੇ ਸਿਰਫ ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਸੱਦੀ। ਉਸ ਮੀਟਿੰਗ ਵਿੱਚ ਤੁਹਾਨੂੰ ਪਤਾ ਝਗੜਾ ਹੋ ਗਿਆ ਚੀਫ ਸੈਕਟਰੀ ਦੇ ਨਾਲ। ਫਿਰ ਤਕਰੀਬਨ 3 ਹਫ਼ਤੇ ਜਿਹੜੇ ਮਿਨਿਸਟਰ ਸੀਗੇ ਉਹ ਕਹਿੰਦੇ ਜੀ ਅਸੀਂ ਤਾਂ ਕੈਬਨਿਟ ਮੀਟਿੰਗ ਵਿੱਚ ਆਉਣਾ ਹੀ ਨਹੀਂਗਾ ਜਿੰਨੀ ਦੇਰ ਤੱਕ ਇਹ ਚੀਫ ਸੈਕਟਰੀ ਇਸ ਕੈਬਨਿਟ ਦੇ ਵਿੱਚ ਹਿੱਸਾ ਲਵੇਗਾ, ਔਰ ਉਹਨਾਂ ਨੇ ਬਾਇਕਾਟ ਕਰਤਾ। ਫਿਰ
ਇਮੀਡੀਏਟਲੀ ਉਹਨਾਂ ਦਿਨਾਂ ਵਿੱਚ ਜਦੋਂ ਮਿਨਿਸਟਰਸ ਨੇ ਬਾਇਕਾਟ ਕੀਤਾ, ਅਗਲੇ ਦਿਨ ਹੀ ਰਾਜਾ ਵੜਿੰਗ ਨੇ ਟਵੀਟ ਕੀਤਾ, ਟਵੀਟ ਤੇ ਟਵੀਟ ਕਿ ਜਿਹੜਾ ਚੀਫ ਸੈਕਟਰੀ ਆ ਇਸ ਦੇ ਬੇਟੇ ਨੇ ਜਿਹੜੀ ਜਗਤਜੀਤ ਇੰਡਸਟਰੀਜ਼ ਦਾ ਹਮੀਰਾ ਕਪੂਰਥਲੇ ਵਿੱਚ ਇਹਨੇ ਬੇਨਾਮੀ ਉਹਦੇ ਵਿੱਚ ਹਿੱਸਾ ਪਾ ਕੇ ਤੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਣ ਲੱਗਿਆ। ਮਤਲਬ ਚੀਫ ਸੈਕਟਰੀ ਦੇ ਸਿੱਧੇ ਇਲਜ਼ਾਮ ਲਾਤੇ। ਮਗਰ ਹੀ ਫਿਰ 12 ਕਾਂਗਰਸ ਦੇ ਐਮਐਲਏਜ਼ ਨੇ ਕਿਹਾ ਕਿ ਜਿਹੜੀ ਕੌਨਫਲਿਕਟ ਆਫ ਇੰਟਰਸਟ ਹੈ, ਕਿਉਂਕਿ ਜਿਹੜਾ ਚੀਫ ਸੈਕਟਰੀ ਪੰਜਾਬ ਦਾ ਸੀ ਉਹ ਫਾਈਨੈਂਸ਼ੀਅਲ ਕਮਿਸ਼ਨਰ ਸੀ ਐਕਸਾਈਜ਼ ਐਂਡ ਟੈਕਸੇਸ਼ਨ ਦਾ, ਯਾਨੀ ਕਿ ਸ਼ਰਾਬ ਦਾ ਡਿਪਾਰਟਮੈਂਟ ਇਸੇ ਚੀਫ ਸੈਕਟਰੀ ਦੇ ਅਧੀਨ ਸੀਗਾ। ਫਿਰ 12 ਕਾਂਗਰਸ ਐਮਐਲਏਜ਼ ਨੇ ਬੜੇ ਗੰਭੀਰ ਇਲਜ਼ਾਮ ਲਾਏ ਕਿ ਇਹਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ, ਕਿਉਂਕਿ ਏਡੀ ਵੱਡੀ ਲੁੱਟ ਹੋ ਰਹੀ ਹੈ ਔਰ ਚੀਫ ਸੈਕਟਰੀ ਆਪ ਹੀ ਉਹਦੇ 'ਚ ਇਨਵੋਲਵਡ ਹੈ। ਤੇ ਚੀਫ ਸੈਕਟਰੀ ਜਿਹੜੇ ਡਿਪਾਰਟਮੈਂਟ ਦੇ ਫਾਈਨੈਂਸ਼ੀਅਲ ਕਮਿਸ਼ਨਰ ਸੀਗੇ, ਉਹਨਾਂ ਦਾ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਬਤੌਰ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ। ਖੱਪ ਪੈਂਦੀ ਰਹੀ, 2-3 ਹਫ਼ਤੇ ਰੇੜਕਾ ਚੱਲਦਾ ਰਿਹਾ। ਐਂਡ ਨਤੀਜਾ ਇਹ ਹੋਇਆ ਕਿ ਮਿਨਿਸਟਰਸ ਨੇ ਸਿਰਫ ਇੱਕ ਮਾਫੀ ਕਬੂਲ ਕੇ ਉਸ ਚੀਫ ਸੈਕਟਰੀ ਦੀ, ਉਹਨਾਂ ਨੇ ਕਿਹਾ ਜੀ ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ। 3 ਵਾਰੀ ਕਹਿੰਦੇ ਨੇ। ਮਨਪ੍ਰੀਤ ਸਿੰਘ ਬਾਦਲ ਦਾ ਮੈਂ ਬਿਆਨ ਸੁਣਿਆ ਕਿ 3 ਵਾਰ ਉਸਨੇ ਮਾਫੀ ਮੰਗੀ ਤੇ ਮਿਨਿਸਟਰ ਸਾਹਿਬ ਨੇ ਕਹਿ ਦਿੱਤਾ ਚੰਗਾ ਜੀ ਕੋਈ ਗੱਲ ਨਹੀਂ, ਠੀਕ ਹੈ। ਤੇ ਮੁੜ ਕੇ ਨਾ ਹੀ 12 ਕਾਂਗਰਸ ਦੇ ਐਮਐਲਏਜ਼ ਬੋਲੇ, ਨਾ ਹੀ ਰਾਜਾ ਵੜਿੰਗ, ਉਹਦਾ ਤਾਂ ਬਹੁਤ ਕੁਝ ਹੋਰ ਕਈ ਤਰ੍ਹਾਂ ਦੇ ਬਿਆਨ ਦਿੰਦਾ ਰਾਜਾ, ਨਾ ਮੁੜ ਕੇ ਰਾਜਾ ਵੜਿੰਗ ਬੋਲਿਆ। ਕਿਉਂ? ਕੀ ਇਹ ਸਿਰਫ ਹਉਮੈ ਦੀ ਲੜਾਈ ਸੀਗੀ ਕਿ ਮਿਨਿਸਟਰਸ ਦੀ ਹਉਮੈ ਨੂੰ ਪੱਠੇ ਪਾਤੇ, ਉਹਨਾਂ ਨੇ ਮਾਫੀ ਮੰਗ ਲਈ ਚੀਫ ਸੈਕਟਰੀ ਨੇ ਤੇ ਮਸਲਾ ਖਤਮ ਹੋ ਗਿਆ? ਤੇ ਜਿਹੜੇ 12 ਐਮਐਲਏਜ਼ ਨੇ ਸੀਬੀਆਈ ਦੀ ਜਾਂਚ ਮੰਗੀ ਸੀਗੀ, ਕੀ ਉਹਨਾਂ ਨੂੰ ਕੋਈ ਹਿੱਸਾ ਜਾਂ ਪੱਤੀ ਮਿਲ ਗਈ ਜਿਹੜੇ ਉਹ ਚੁੱਪ ਕਰ ਗਏ ਨੇ? ਇਹ ਲੜਾਈ ਹਉਮੈ ਦੀ ਨਹੀਂ ਗਈ, ਇਹ ਲੜਾਈ ਕਿਸੇ ਮਿਨਿਸਟਰ ਬਨਾਮ ਚੀਫ ਸੈਕਟਰੀ, ਕਾਂਗਰਸ ਐਮਐਲਏਜ਼ ਬਨਾਮ ਚੀਫ ਸੈਕਟਰੀ ਨਹੀਂ ਗਈ। ਇਹ ਲੜਾਈ ਹੈ ਪੰਜਾਬ ਦੇ ਲੋਕਾਂ ਦੀ ਹੋ ਰਹੀ ਲੁੱਟ, ਸਰਕਾਰੀ ਖਜ਼ਾਨੇ ਦੀ ਹੋ ਰਹੀ ਲੁੱਟ ਦੀ ਲੜਾਈ ਹੈ ਇਹ। ਔਰ ਮੈਂ ਜਿੱਦਾਂ ਕਹਿ ਰਿਹਾ ਸੀਗਾ ਕਿ 2000 ਕਰੋੜ ਰੁਪਏ ਇੱਕ ਸਾਲ ਵਿੱਚ ਇੱਕ ਡਿਪਾਰਟਮੈਂਟ, ਤਾਂ ਫਿਰ ਕਿੰਨੇ ਡਿਪਾਰਟਮੈਂਟਸ ਨੇ ਪੰਜਾਬ ਦੇ? ਟਰਾਂਸਪੋਰਟ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ, ਇੰਡਸਟਰੀਜ਼ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, ਪੀਡਬਲਿਊਡੀ ਡਿਪਾਰਟਮੈਂਟ, ਇਰੀਗੇਸ਼ਨ ਡਿਪਾਰਟਮੈਂਟ ਹੀ ਡਿਪਾਰਟਮੈਂਟ। ਐਵੇਂ ਤਾਂ ਨਹੀਂ ਕਰਜ਼ਾ ਚੜ ਗਿਆ ਸਾਡੇ ਤੇ 2.5 ਲੱਖ ਕਰੋੜ ਦਾ, ਔਰ 35 ਸਾਲਾਂ 'ਚ ਚੜਿਆ। ਮੈਂ ਫਿਰ ਰੀਇਟਰੇਟ ਕਰਦਾ, 1985 ਤੱਕ ਪੰਜਾਬ ਦੇ ਖਜ਼ਾਨੇ ਦੇ ਉੱਤੇ ਕੋਈ ਕਰਜ਼ਾ ਨਹੀਂ ਸੀਗਾ। ਪੰਜਾਬ ਰੈਵਨਿਊ ਸਰਪਲਸ ਸਟੇਟ ਸੀ। 35 ਸਾਲਾਂ ਵਿੱਚ ਇਹਨਾਂ ਦੀ ਬਦੌਲਤ ਵਾਰੋ ਵਾਰੀ ਸਰਕਾਰਾਂ ਬਣਾ ਕੇ ਇਹਨਾਂ ਨੇ ਅੱਜ ਸਾਡੇ ਪੰਜਾਬ ਨੂੰ 2.5 ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ। ਔਰ ਜਦੋਂ 2.5 ਲੱਖ ਕਰੋੜ ਦਾ ਕਰਜ਼ਾ ਚੜ੍ਹਦਾ, ਮੈਂ ਕਈ ਵਾਰ ਸਾਥੀਆਂ ਦੀ ਫਿਗਰਸ ਦੇਣੀਆਂ ਪੈਂਦੀਆਂ, ਬਹੁਤ ਆਪ ਕੰਪਲਿਕੇਟਡ ਗੱਲਾਂ ਕਰਾਂਗੇ ਤਾਂ ਸਭ ਦੀ ਸਮਝ ਨਹੀਂ ਆਉਂਦਾ। ਇਹਦਾ ਇਕੱਲਾ ਵਿਆਜ ਜਿਹੜਾ ਉਹ 20,000 ਕਰੋੜ ਰੁਪਇਆ ਅਸੀਂ ਵਿਆਜ ਭਰ ਰਹੇ ਇੱਕ ਸਾਲ ਦਾ, ਇਹਨਾਂ ਦੀ ਨਲਾਇਕੀ ਕਰਕੇ, ਇਹਨਾਂ ਦੀ ਲੁੱਟ ਦੇ ਕਰਕੇ। ਤੇ ਜਦੋਂ 20,000 ਕਰੋੜ ਰੁਪਇਆ ਇਕੱਲਾ ਇੰਟਰਸਟ ਪੇਮੈਂਟ 'ਤੇ ਜਾਊਗਾ ਤੇ ਫਿਰ ਸਕੂਲ ਕਿੱਥੋਂ ਬਣ ਜਾਣਗੇ, ਫਿਰ ਹਸਪੀਟਲ ਕਿੱਥੋਂ ਬਣ ਜਾਣਗੇ, ਫਿਰ ਸਾਡੇ ਬੱਚਿਆਂ ਨੂੰ ਜੌਬਸ ਕਿੱਥੋਂ ਮਿਲ ਜਾਣਗੇ, ਪਿੰਡਾਂ 'ਚ ਸੜਕਾਂ ਕਿੱਦਾਂ ਬਣ ਜਾਣਗੀਆਂ, ਪਿੰਡਾਂ 'ਚ ਵੈਟਰਨਰੀ ਹਸਪੀਟਲ ਕਿੱਥੋਂ ਬਣ ਜਾਣਗੇ। ਜਿਹੜੇ ਕੁਝ ਸਾਡੇ ਸੱਜਣ ਕਹਿੰਦੇ ਕਿ ਅਸੀਂ ਦਿੱਲੀ ਦਾ ਮਾਡਲ ਲਾਗੂ ਕਰ ਦਾਂਗੇ, ਨਹੀਂ ਹੋ ਸਕਦਾ। ਦਿੱਲੀ ਇੱਕ ਸ਼ਹਿਰ ਦੀ ਸਟੇਟ ਹੈ, ਰੈਵਨਿਊ ਸਰਪਲਸ ਸਟੇਟ ਸੀਗੀ, ਉਹਦੇ ਕੋਲ ਕੋਈ ਰਕਬਾ ਨਹੀਂ ਗਾ, ਉਹਦੇ ਕੋਲ 7 ਸਟਾਰ ਹੋਟਲ ਦੀ ਆਮਦਨ, 에ਅਰਪੋਰਟ ਦੀ GST ਦੀ ਆਮਦਨ, ਹਾਲਾਂਕਿ ਹੁਣ ਉਹ ਵੀ ਫਸੇ ਹੋਏ ਨੇ। ਪਰ ਪੰਜਾਬ ਜਿਹੜਾ ਵਾ ਇਹਦੇ ਕੋਲ ਜੇ 20,000 ਕਰੋੜ ਰੁਪਇਆ ਸਾਲ ਦਾ ਅਸੀਂ ਇੰਟਰਸਟ ਪੇਮੈਂਟ ਵਿੱਚ ਦੇ ਦੇਣਾ ਕਰਜ਼ੇ ਦੀ ਅਦਾਇਗੀ ਦੇ ਵਿੱਚ, ਤੇ ਫਿਰ ਸਕੋਪ ਹੀ ਨਹੀਂਗਾ ਕਿਸੇ ਤਰ੍ਹਾਂ ਦੀ ਜਿਹੜੀ ਮੀਨਿੰਗਫੁਲ ਡਿਵੈਲਪਮੈਂਟ ਦਾ। ਇਹਦੇ ਨਾਲ ਹੀ ਕਨੈਕਟਡ ਹੋਰ ਇੱਕ ਦੂਜੀ ਰਿਪੋਰਟ ਸੀਗੀ, ਇਹ ਵੀ ਮੈਂ ਟ੍ਰਿਬਿਊਨ ਰਿਪੋਰਟ ਕੋਟ ਕਰ ਰਿਹਾ। ਜਦੋਂ ਖੱਪ ਪਈ ਨਾ ਤੇ ਮੀਡੀਆ ਨੇ ਵੀ ਰੌਲਾ ਪਾਤਾ ਕਿ ਐਕਸਾਈਜ਼ ਦੀ ਬਹੁਤ ਚੋਰੀ ਹੋ ਰਹੀ ਆ, ਠੱਗੀ ਠੋਰੀ ਹੋ ਰਹੀ ਆ, ਬਹੁਤ ਜ਼ਿਆਦਾ ਇਹਦੇ ਵਿੱਚ ਹੋ ਰਹੀ ਆ। ਤੇ ਕੈਪਟਨ ਸਾਹਿਬ ਨੇ ਫਿਰ ਆਪਣੇ ਡਿਪਾਰਟਮੈਂਟ ਨੂੰ ਕਿਹਾ ਕਿ ਸ਼ਿਕੰਜਾ ਕੱਸੋ। ਹੁਣ ਸ਼ਿਕੰਜਾ ਕੱਸਣ ਦੇ ਨਾਲ 2 ਖਬਰਾਂ ਇੰਪੋਰਟੈਂਟ ਤੁਹਾਨੂੰ ਕਰ ਦਿੰਦਾ। ਅੱਜ ਦੀ ਲੇਟੈਸਟ ਟ੍ਰਿਬਿਊਨ ਦੇ ਵਿੱਚ ਆਇਆ ਵਾ ਕਿ ਜਿਹੜੀ ਕੀੜੀ ਅਫਗਾਨਾ ਵਿਖੇ ਗੁਰਦਾਸਪੁਰ ਦੇ ਵਿੱਚ ਪੌਂਟੀ ਚੱਡੇ ਦੇ ਪਰਿਵਾਰ ਦੀ, ਮੈਨੂੰ ਨਹੀਂ ਪਤਾ ਕਿਹਨਾਂ ਦੀ ਅੱਗੇ ਸਬਸੀਕੁਐਂਟਲੀ, ਉਹਨਾਂ ਦੇ ਪਰਿਵਾਰ ਦੀ ਜਿਹੜੀ ਡਿਸਟਿਲਰੀ ਆ ਉਹਦੇ ਚੋਂ 2 ਟਰੱਕ ਲੋਡ ਪੂਰੇ ਭਰੇ ਹੋਏ 1400 ਸ਼ਰਾਬ ਦੇ ਡੱਬਿਆਂ ਦੇ ਟਰੱਕ ਲੋਡ ਸੀਗੇ ਜਿਹੜੇ, ਉਹ ਇਸ ਮਿਲ ਦੇ ਵਿੱਚੋਂ ਗੈਰ ਕਾਨੂੰਨੀ ਫੜੇ ਗਏ। ਜਿਹੜੀ ਹੁੰਦੀ ਆ ਆਪਣੀ ਪੰਜਾਬ ਮੇਡ ਲਿਕਰ, ਇਹਨੂੰ ਬਹਾਨੇ ਨਾਲ ਕਦੀ ਅਰੁਣਾਚਲ ਦਾ ਫੇਕ ਪਾਸ ਦਿਖਾਉਂਦੇ ਨੇ, ਕਦੀ ਛੱਤੀਸਗੜ੍ਹ ਦਾ ਫੇਕ ਪਾਸ ਦਿਖਾ ਕੇ ਤੇ ਇਹ ਸ਼ਰਾਬ ਨੂੰ ਉਹ ਬਾਹਰ ਡਿਸਟਿਲਰੀ ਚੋਂ ਐਕਸਾਈਜ਼ ਦੀ ਚੋਰੀ ਕਰਕੇ ਸਮਗਲ ਕਰਕੇ ਭੇਜਦੇ ਨੇ। ਤੇ ਸਰਕਾਰ ਨੇ ਜਿਹੜਾ FIR ਦਰਜ ਕੀਤੀ ਆ ਉਹ ਅਨਨੋਨ ਬੰਦੇ, ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਕੀਤੀ। ਮਤਲਬ 2 ਟਰੱਕ ਸ਼ਰਾਬ ਤੇ 1400 ਪੇਟੀ ਫੜੀ ਗਈ ਆ। ਪਰ ਪਰਚਾ ਜਿਹੜਾ ਹੋਇਆ ਵਾ 22 ਮਈ ਨੂੰ
ਜਿਹੜੇ 15 ਡਿਸਟਿਲਰੀਆਂ ਦੇ ਉੱਤੇ, ਤੇ ਮੈਂ ਆਪਣੇ ਕੋਲੋਂ ਵੀਰੋ ਕੁਛ ਨਹੀਂ ਕਹਿ ਰਿਹਾ, ਸਾਰੀ ਡਿਟੇਲਸ ਰਿਪੋਰਟ ਅਖਬਾਰ ਦੀ ਹੈ। ਇਸੇ 22 ਮਈ ਨੂੰ ਜਦੋਂ ਖਪਤ ਵੱਧ ਗਈ ਬਹੁਤ ਜ਼ਿਆਦਾ, 22 ਮਈ ਨੂੰ ਜਿਹੜੀਆਂ ਪੰਜਾਬ ਦੇ ਵਿੱਚ 15 ਡਿਸਟਿਲਰੀਆਂ ਨੇ, ਜਿੱਦਾਂ ਮੈਂ ਪੌਂਟੀ ਚੱਡੇ ਦੀ ਕਹੀ, ਇੱਦਾਂ ਰਾਣੀ ਗੁਰਜੀਤ ਦੀ ਆ, ਇਸੇ ਤਰ੍ਹਾਂ ਹੀ ਡੀਪੀ ਯਾਦਵ ਯੂਪੀ ਵਾਲੇ ਦੀ ਆ, ਸ਼ਾਇਦ ਓਸਵਾਲ ਪਰਿਵਾਰ ਦੀ ਵੀ ਹੈ, ਅਤੇ ਹੋਰਨਾਂ ਲੋਕਾਂ ਦੀ ਵੀ, ਸ਼ਾਇਦ ਮੇਰੇ ਖਿਆਲ ਦੀਪ ਮਲਹੋਤਰਾ ਸਾਬਕਾ MLA ਅਕਾਲੀ ਦਲ ਦਾ, ਉਹਦੀ ਵੀ ਹੈ। ਇਹਨਾਂ ਨੇ ਕਿਹਾ ਜੀ 22 ਮਈ ਨੂੰ ਜਦੋਂ ਇਹਨਾਂ 15 ਡਿਸਟਿਲਰੀਆਂ ਦੇ ਉੱਤੇ ਰੇਡ ਕੀਤਾ ਗਿਆ ਤੇ 22,262 ਪੇਟੀਆਂ ਜਿਹੜੀਆਂ ਸੀਗੀਆਂ ਉਹ ਪੰਜਾਬ ਮੇਡ ਲਿਕਰ, ਜਿਹੜੀ ਕਿ ਨੰਬਰ 2 ਵਿੱਚ ਵਿਕਰੀ ਸੀਗੀ, ਉਹ ਇਹਨਾਂ ਡਿਸਟਿਲਰੀਆਂ ਦੇ ਵਿੱਚੋਂ ਪਾਈ ਗਈ। 22,262 ਪੇਟੀਆਂ ਸ਼ਰਾਬ ਰਿਕਵਰ ਕੀਤੀ ਡਿਪਾਰਟਮੈਂਟ ਨੇ, ਜਿਹਦੇ ਤੇ ਲੇਬਲ ਗਲਤ ਲਾਏ ਹੋਏ ਸੀਗੇ ਕਿ ਅਸੀਂ ਛੱਤੀਸਗੜ੍ਹ ਵਿੱਚ ਵੇਚਣੀ ਆ, ਅਸੀਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੇਚਣੀ ਆ। ਤੇ ਕੈਪਟਨ ਸਾਹਿਬ ਨੇ 100 ਦੇ ਕਰੀਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰਸ ਤੇ ਇੰਸਪੈਕਟਰਸ ਨੂੰ ਦਾ ਤਬਾਦਲਾ ਕਰਤਾ। ਪਰ ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਕਿ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਸ਼ਰਾਬ ਫੜੀ ਗਈ ਡਿਸਟਿਲਰੀਆਂ ਮਾਲਕਾਂ ਦੇ ਕੋਲੋਂ, ਜਿਹੜੇ ਕਿ ਟਰੱਕਾਂ ਦੇ ਟਰੱਕ ਵੇਚਦੇ ਨੇ, ਇਹਨਾਂ ਤੇ ਕਾਰਵਾਈ ਕੀ ਕੀਤੀ ਹੈ? ਕਿਸੇ ਤੇ ਕੋਈ FIR ਦਰਜ, ਕੋਈ ਕ੍ਰਿਮੀਨਲ ਪ੍ਰੋਸੀਡਿੰਗਸ, ਕੋਈ ਰਿਕਵਰੀ ਦਾ ਯਤਨ? ਕਿ ਆਪਾਂ ਇਹ ਅਕਸਰ ਸਾਡਾ ਪੈਸਾ ਇਹਨਾਂ ਲੁੱਟ ਕੇ ਆਪਣੀ ਜੇਬਾਂ 'ਚ ਪਾਈ ਜਾਂਦੇ ਨੇ, ਉਹ ਪੈਸਾ, ਇਹਦਾ ਮਤਲਬ ਆਪਾਂ ਉਹਨਾਂ ਨੂੰ ਇੱਕ ਸਰਚ ਆਪਰੇਸ਼ਨ ਕਰਕੇ, ਇੱਕ ਰੇਡ ਮਾਰ ਕੇ ਉਹਨਾਂ ਨੂੰ ਕਹਿਤਾ ਕਿ ਜਿਹੜੀ ਮਗਰਲੀ ਲੁੱਟ ਲਈ ਸੀ ਉਹ ਤੁਹਾਡੀ ਹੋਊਗੀ ਤੇ ਇਸ ਤੋਂ ਬਾਅਦ ਤੁਹਾਨੂੰ ਅਸੀਂ ਨਹੀਂ ਲੁੱਟਣ ਦਿਆਂਗੇ, ਹਾਲਾਂਕਿ ਲੁੱਟੀ ਹਲੇ ਵੀ ਜਾਂਦੇ ਨੇ। ਇੱਕ ਰਿਪੋਰਟ ਹੋਰ ਕੋਟ ਕਰ ਦਿੰਦਾ ਮੈਂ, ਇਸੇ ਸਖਤੀ ਦੇ ਵਿੱਚ ਆਹ ਹੈਡਲਾਈਨ ਤੁਸੀਂ ਥੋੜਾ ਨੇੜੇ ਹੋ ਕੇ ਦੇਖ ਲਓ, ਮੈਂ ਤੁਹਾਨੂੰ ਪੜ੍ਹ ਦੇਣਾ ਮੋਟੇ ਤੌਰ ਤੇ। ਇਹ ਜਦੋਂ ਇਹੀ ਸਖਤੀ ਕੀਤੀ, ਕਹਿੰਦੇ 3 ਦਿਨਾਂ ਵਿੱਚ 50 ਮੁਕੱਦਮੇ ਦਰਜ ਕੀਤੇ, ਸਿਰਫ ਜਿਹੜੇ ਸ਼ਰਾਬ ਵਾਲੇ ਬੇਲੇਬਲ ਜਿਹੇ ਮੁਕੱਦਮੇ ਦਰਜ ਕਰਦੀ, ਨਰਮ ਜਿਹੇ ਅਣਪਛਾਤੇ ਬੰਦਿਆਂ ਦੇ ਖਿਲਾਫ ਸਰਕਾਰ। 50 ਮੁਕੱਦਮੇ ਇੱਕ ਜ਼ਿਲ੍ਹੇ ਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਤੇ ਪੰਜਾਬ ਪੁਲਿਸ ਵੱਲੋਂ, ਲਓ ਜੀ 3 ਦਿਨਾਂ ਦੇ ਵਿੱਚ ਇਸ ਆਪਰੇਸ਼ਨ ਨੂੰ ਵੀ ਨਾਮ ਦਿੱਤਾ ਪੰਜਾਬ ਸਰਕਾਰ, ਕੈਪਟਨ ਸਾਹਿਬ ਉਹਨਾਂ ਨੇ, ਆਪਰੇਸ਼ਨ ਰੈੱਡ ਰੋਜ਼। 3 ਦਿਨਾਂ ਵਿੱਚ 50 ਮੁਕੱਦਮੇ ਜਦੋਂ ਦਰਜ ਕੀਤੇ ਤੇ 3.5 ਲੱਖ ਲੀਟਰ 3.5 ਲੱਖ ਲੀਟਰਸ ਇਨਲੈਜਿਟਿਮੇਟ ਗੈਰ ਕਾਨੂੰਨੀ ਸ਼ਰਾਬ ਉਹ ਫੜੀ ਗਈ। 3.5 ਲੱਖ ਲੀਟਰ ਮਹਿਜ਼ 3 ਦਿਨਾਂ ਦੇ ਛਾਪਿਆਂ ਵਿੱਚ। ਤੇ 3 ਦਿਨਾਂ ਵਿੱਚ ਜਦੋਂ ਥੋੜੀ ਜਿਹੀ ਸਖਤੀ ਕੀਤੀ ਸਰਕਾਰ ਨੇ ਤੇ 50 ਮੁਕੱਦਮੇ ਦਰਜ ਕੀਤੇ ਇੱਕ ਜ਼ਿਲ੍ਹੇ ਦੇ ਵਿੱਚ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 3 ਦਿਨਾਂ ਵਿੱਚ 3.5 ਲੱਖ ਲੀਟਰ ਸ਼ਰਾਬ ਜੇ ਫੜੀ ਜਾਂਦੀ ਹੈ ਤੇ 3 ਸਾਲ ਜਿਹੜੇ ਲੰਘ ਗਏ ਨੇ ਕੈਪਟਨ ਸਾਹਿਬ ਦੀ ਸਰਕਾਰ ਵਿੱਚ, ਜਿਹਦੇ 'ਚ ਸੁੱਤੇ ਪਏ ਸੀਗੇ, ਜਿਹਦੇ ਕਰਕੇ ਸਾਡੀ ਐਕਸਾਈਜ਼ ਦੀ ਆਮਦਨ ਘਟਦੀ ਇੰਨੀ ਘਟ ਗਈ ਕਿ ਹੁਣ 1 ਸਾਲ ਵਿੱਚ ਪਿਛਲੇ 11 ਮਹੀਨਿਆਂ ਵਿੱਚ 1820 ਕਰੋੜ ਰੁਪਏ ਦੀ ਐਕਸਾਈਜ਼ ਰੈਵਨਿਊ ਲਾਸ ਹੋਇਆ ਪੰਜਾਬ ਨੂੰ। ਹੈ ਕੋਈ ਵਾਲੀ ਵਾਰਸ ਇਸ ਸਟੇਟ ਦਾ? ਹੈ ਕੋਈ ਇਸ ਇਸ਼ੂ ਦੇ ਉੱਤੇ ਇਕੱਲਾ? ਬਿਕੋਜ਼ ਅਲਟੀਮੇਟਲੀ ਇਹ ਇੱਕ ਮੇਰੇ ਹਿਸਾਬ ਦੇ ਨਾਲ ਇਹ ਕਰਪਸ਼ਨ ਦਾ, ਜਿੱਦਾਂ ਕਹਿੰਦੇ ਹੁੰਦੇ ਕਿ ਇੱਕ ਟਿਪ ਆਫ ਦੀ ਆਈਸਬਰਗ, ਬਹੁਤ ਮਾਮੂਲੀ ਜਿਹਾ ਇਹ ਜਿਹੜੀ ਆ ਰਿਹਾ ਨਾ, ਇਹ ਚੋਰੀ ਦਾ ਮਾਮਲਾ, ਐਕਸਾਈਜ਼ ਦੀ ਚੋਰੀ ਦਾ ਮਾਮਲਾ, ਇਹ ਜਿੱਦਾਂ ਸਮੁੰਦਰ ਦੇ ਵਿੱਚ ਵੱਡੇ ਗਲੇਸ਼ੀਅਰ ਬਰਫ਼ ਜੰਮੀ ਹੁੰਦੀ, ਉਹਦਾ ਇੱਕ ਛੋਟਾ ਜਿਹਾ ਇੱਕ ਹਿੱਸਾ ਵਾ, ਉਹਨੂੰ ਟਿਪ ਆਫ ਦੀ ਆਈਸਬਰਗ ਕਹਿੰਦੇ ਨੇ। ਕੋਈ ਹੈ ਪੁੱਛ-ਗਿੱਛ ਕਰਨ ਵਾਲਾ ਕਿ ਜਿਹੜੀ 3 ਸਾਲਾਂ ਦੇ ਵਿੱਚ ਐਡੇ ਵੱਡੇ ਪੱਧਰ ਤੇ ਜਿਹੜੀ ਹਜ਼ਾਰਾਂ ਕਰੋੜਾਂ ਰੁਪਏ ਦੀ ਸਾਡੀ ਲੁੱਟ ਹੋ ਗਈ ਆ, ਕੋਈ ਇਹਨਾਂ ਦੀ ਰਿਸਪੌਂਸਿਬਿਲਿਟੀ ਫਿਕਸ ਕਰੂਗਾ? ਕੋਈ ਇਹਨਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਦਾਇਰ ਕਰਕੇ ਇਹ ਪੈਸਾ ਰਿਕਵਰ ਕਰਨ ਦੀ ਕੋਈ ਕੋਸ਼ਿਸ਼ ਕਰੂਗਾ? ਕਿ ਆਪਾਂ ਇਹਨਾਂ ਨੂੰ ਕਹਿਤਾ ਕਿ ਚੰਗਾ ਜਿਹੜਾ ਮਗਰਲਾ ਲੁੱਟ ਲਿਆ, ਹੁਣ ਥੋੜਾ ਗੌਰ ਨਾਲ ਲੁੱਟਿਓ, ਕਿਉਂਕਿ ਮੈਂ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਆ, ਮੈਂ ਚੀਫ ਮਿਨਿਸਟਰ ਵੀ ਆ, ਹੁਣ ਮੇਰੇ ਉੱਤੇ ਸਿੱਧੀਆਂ ਉਂਗਲੀਆਂ ਉੱਠਣੀਆਂ ਲੱਗ ਗਈਆਂ, ਅਖਬਾਰਾਂ ਵਾਲੇ ਵੀ ਛਾਪਣ ਲੱਗ ਗਏ, ਪ੍ਰਿੰਟ ਮੀਡੀਆ ਵੀ ਮਗਰ ਪੈ ਗਿਆ। ਇਸ ਲਈ ਹੁਣ ਤੁਸੀਂ ਜਿਹੜਾ ਮਗਰਲਾ ਲੁੱਟ ਲਿਆ, ਹੁਣ ਮੈਂ ਤੁਹਾਨੂੰ ਗਾਂਹ ਤੋਂ ਨਹੀਂ ਲੁੱਟਣ ਦਊਂਗਾ, ਜਾਂ ਥੋੜਾ ਲੁੱਟਿਓ ਜਿਹਦੇ ਨਾਲ ਮੇਰੀ ਬਦਨਾਮੀ ਨਾ ਹੋਵੇ। ਆਹ ਪੰਜਾਬ ਦੀ ਰਾਜਨੀਤੀ ਖੜ ਗਈ। ਔਰ ਮੈਂ ਜਿਹੜੀ ਤਰਾਸਦੀ ਕਹੀ ਸੀਗੀ ਕਿ ਆਪੋਜੀਸ਼ਨ ਜਿਹੜੀ ਆ, ਇਹਦਾ ਰੋਲ ਇਹ ਆ ਕਿ ਇੱਕ ਇਸ਼ੂ ਨੂੰ ਫੜਨ ਚੰਗੀ ਤਰ੍ਹਾਂ ਨਾਲ, ਔਰ ਉਹਨੂੰ ਉਦੋਂ ਤੱਕ ਕੰਸਿਸਟੈਂਟਲੀ ਲੜਾਈ ਲੜਨ ਜਦੋਂ ਤੱਕ ਅਸੀਂ ਇਹਦੇ ਤੇ ਕੋਈ ਮੈਨੇ-ਖੇਸ ਪ੍ਰਾਪਤੀ ਨਾ ਕਰੀਏ। ਜਦੋਂ ਅਸੀਂ ਇੱਕ ਮੁੱਦਾ ਫੜਦੇ ਹਾਂ, ਫਿਰ ਅਸੀਂ ਦੂਜੇ ਤੇ ਚੱਲ ਜਾਂਦੇ, ਫਿਰ ਤੀਜੇ ਤੇ ਚੱਲ ਜਾਂਦੇ, ਫਿਰ ਚੌਥੇ ਤੇ ਚੱਲ ਜਾਂਦੇ ਆ, ਉਹਦਾ ਕੋਈ ਫਾਇਦਾ ਨਹੀਂ ਹੁੰਦਾ ਮੇਰੇ ਵੀਰੋ। ਸੋ ਅੱਜ ਦਾ ਜਿਹੜਾ ਮੇਨ ਮਕਸਦ ਸੀਗਾ, ਜਸਟ ਉਦਾਹਰਨ ਦੇ ਤੌਰ ਤੇ, ਕਿ ਅਗਰ ਪੰਜਾਬ ਸਰਕਾਰ ਦੇ ਇੱਕ ਡਿਪਾਰਟਮੈਂਟ ਵਿੱਚ 1 ਸਾਲ ਵਿੱਚ ਸਰਕਾਰ ਦੇ ਮੁਤਾਬਕ 2000 ਕਰੋੜ ਰੁਪਏ ਦਾ ਚੂਨਾ ਲੱਗ ਰਿਹਾ ਵਾ, ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਦਰਜਨਾਂ ਨਹੀਂ, ਸ਼ਾਇਦ 1 ਸੈਂਕੜੇ ਤੋਂ ਜ਼ਿਆਦਾ ਸਰਕਾਰੀ ਮਹਿਕਮੇ ਨੇ ਪੰਜਾਬ ਦੇ ਵਿੱਚ, ਤੇ ਫਿਰ ਉਹਨਾਂ ਵਿੱਚ ਚੂਨਾ ਲੱਗਦਾ ਹੋਵੇਗਾ ਤੇ ਇਹ ਪੈਸਾ ਕਿੱਥੇ ਜਾ ਰਿਹਾ ਵਾ? ਇਹ ਸਾਰਾ ਪੈਸਾ
ਤਾਕਤਵਰ ਪੋਲੀਟੀਕਲ ਬਿਊਰੋਕਰੈਟਸ ਜਿਹੜਾ ਲੌਬੀ ਕਨੈਕਸ਼ਨ ਆ ਉਹਨਾਂ ਦੇ ਨਾਲ ਜਿਹੜਾ ਮਾਫੀਆ ਵਾ ਪਾਵਰਫੁਲ ਪੋਲੀਟੀਕਲ ਬਿਊਰੋਕਰੈਟ ਮਾਫੀਆ ਨੈਕਸਸ ਇਨ ਪੰਜਾਬ ਤਿੰਨ ਬੰਦੇ ਰਲ ਗਏ ਰਾਜ ਕਰਨ ਵਾਲੇ ਚਿੱਟੇ ਕੱਪੜਿਆਂ ਵਾਲੇ ਵੀ ਰਲ ਗਏ ਅਫਸਰ ਵੀ ਰਲ ਗਏ ਤੇ ਨਾਲ ਉਹਨਾਂ ਦੇ ਜਿਹੜਾ ਮਾਫੀਆ ਜਿਹੜਾ ਉਹਨਾਂ ਨੂੰ ਰਾਹ ਦੱਸਦਾ ਕਿ ਹੁਣ ਰੇਤਾ ਬਜਰੀ ਇਸ ਤਰ੍ਹਾਂ ਲੁੱਟਣੀ ਆ ਤੇ ਟਰਾਂਸਪੋਰਟ ਦੇ ਵਿੱਚ ਇੱਦਾਂ ਠੱਗੀ ਮਾਰਨੀ ਆ ਤੇ ਸ਼ਰਾਬ ਦੇ ਵਪਾਰ ਵਿੱਚ ਇੱਦਾਂ ਠੱਗੀ ਮਾਰਨੀ ਇਹ ਤਿੰਨਾਂ ਦਾ ਗੱਠਜੋੜ ਜਿਹੜਾ ਬਣ ਕੇ ਸਾਡੇ ਸੂਬੇ ਨੂੰ ਇਹਨਾਂ ਨੇ 2.5 ਲੱਖ ਕਰੋੜ ਰੁਪਏ ਦਾ ਕਰਜ਼ਈ ਬਣਾਤਾ ਉਹਦਾ ਇਫੈਕਟ ਕੈਪਟਨ ਸਾਹਿਬ ਜਾਂ ਬਾਦਲ ਸਾਹਿਬ ਤੇ ਪਰਿਵਾਰਾਂ ਤੇ ਨਹੀਂ ਪਿਆ ਉਹਨਾਂ ਦਾ ਕੰਮ ਕਾਫੀ ਹੱਦ ਤੱਕ ਠੀਕ ਹੈ ਕਾਫੀ ਨਹੀਂ ਕਾਫੀ ਠੀਕ ਹੈ ਇਹਦਾ ਇਫੈਕਟ ਪਿਆ ਤੁਹਾਡੇ ਬੱਚਿਆਂ ਦੇ ਉੱਤੇ ਬੱਚੇ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਭੱਜ ਗਏ ਲੋਕਾਂ ਨੂੰ ਕੋਈ ਨੌਕਰੀ ਨਹੀਂ ਗਈ ਔਰ ਪੇਰੈਂਟਸ ਨੂੰ ਲੱਗਿਆ ਕਿ ਜੇ ਸਾਡੇ ਬੱਚੇ ਇੱਥੇ ਰਹਿ ਕੇ ਕਿਤੇ ਨਸ਼ੇੜੀ ਨਾ ਬਣ ਜਾਣ ਉਹਦਾ ਇਫੈਕਟ ਆਮ ਵਰਗ ਮੱਧ ਵਰਗ ਲੋਅਰ ਮਿਡਲ ਕਲਾਸ ਕਿਸਾਨ ਪਰਿਵਾਰਾਂ ਤੇ ਆਮ ਕੰਮ ਕਰਨ ਵਾਲੇ ਆਰਡੀਨਰੀ ਸਿਟੀਜ਼ਨਸ ਦੇ ਇਹਦਾ ਇਕੱਲੇ ਬੱਚਿਆਂ ਦੇ ਨਹੀਂ ਫਰਕ ਪਿਆ ਇਹਦਾ ਫਿਰ ਆਲ ਓਵਰ ਇਫੈਕਟ ਪੈ ਗਿਆ ਮਤਲਬ ਸਾਡੇ ਸਕੂਲਸ ਜਿਹਨਾਂ ਤੋਂ ਉਮੀਦ ਸੀ ਕਿ ਬੱਚੇ ਪੜ੍ਹਨਗੇ ਉਹ ਢਹਿ ਹੋ ਗਏ ਹਸਪੀਟਲਸ ਤੁਸੀਂ ਆ ਦੇਖ ਲਿਆ ਕਿ ਕਰੋਨਾ ਵਾਇਰਸ ਵਿੱਚ ਕਿੰਨੇ ਕੰਪੀਟੈਂਟ ਸੀਗੇ ਕਿੰਨੇ ਕਿ ਮਰੀਜ਼ਾਂ ਦਾ ਇਲਾਜ ਕਰ ਸਕੇ ਔਰ ਇਹਦੀ ਕਾਸਟ ਤੇ ਫਿਰ ਪ੍ਰਾਈਵੇਟ ਐਜੂਕੇਸ਼ਨ ਤੇ ਹੈਲਥ ਕੇਅਰ ਦਾ ਵੱਡਾ ਮਾਫੀਆ ਪੈਦਾ ਹੋ ਗਿਆ ਉਹ ਜੋ ਮਰਜ਼ੀ ਲੁੱਟੀ ਜਾਂਦੇ ਨੇ ਫੀਸਾਂ ਲਈ ਜਾਂਦੇ ਨੇ ਅੱਜ ਸਾਡੇ ਦੋਸਤ ਅੰਮ੍ਰਿਤਸਰ ਧਰਨਾ ਤਾਂ ਮਾਰ ਰਹੇ ਨੇ ਕਿ ਮੈਡੀਕਲ ਕਾਲਜਸ ਦੀ ਫੀਸ ਬਹੁਤ ਜ਼ਿਆਦਾ ਵਧਾਏਗੀ ਬਿਲਕੁਲ ਵਧਾਏਗੀ ਗਲਤ ਹੈ ਮੈਡੀਕਲ ਕਾਲਜਸ ਦੀ ਫੀਸ 80% ਉਹਦੇ ਵਿੱਚ ਵਾਧਾ ਕੀਤਾ ਗਿਆ ਇਟਸ ਰੋਂਗ ਉਹ ਏਡੇ ਵੱਡੇ ਪੱਧਰ ਤੇ ਫੀਸਾਂ ਨਹੀਂ ਵਧੇ ਪਰ ਜਦੋਂ ਆਪਾਂ ਧਰਨਾ ਦੇਣ ਜਾ ਰਹੇ ਆਪਾਂ ਰਿਅਲਾਈਜ਼ ਨਹੀਂ ਕਰ ਰਹੇ ਕਿ ਇਹਨਾਂ ਵਿੱਚੋਂ ਇੱਕ ਸਾਡੇ ਹੀ ਦੋਸਤ ਜਿਹੜੇ ਇਨਕਲਾਬੀ ਨੇ ਉਹਨਾਂ ਦਾ ਡੈਂਟਲ ਕਾਲਜ ਆ ਉਸ ਡੈਂਟਲ ਕਾਲਜ ਦੇ ਵਿੱਚ ਜਿਹੜੀ ਫੀਸ ਆ ਉਹ 1 ਸਾਲ ਦੀ ਐਡਵਾਂਸ ਲੈਂਦੇ ਨੇ ਜਿਹੜੀ ਉਹਨਾਂ ਨੇ ਪਿਛਲੇ ਜੂਨ ਵਿੱਚ ਲਈ 2019 ਵਿੱਚ ਉਹਨਾਂ ਨੇ 2020 ਜੂਨ ਤੱਕ ਐਡਵਾਂਸ ਵਿੱਚ ਲਈ ਆ ਉਹ ਟਿਊਸ਼ਨ ਫੀਸ ਛੱਡ ਦਿਓ ਸਿਰਫ ਜਿਹੜੀ ਹੌਸਟਲ ਤੇ ਮੈਸ ਦੀ ਫੀਸ ਹੈ ਖਾਣੇ ਪੀਣੇ ਦੀ ਤੇ ਰਹਿਣ ਦੀ ਉਹ 1,78,000 ਰੁਪਏ ਇੱਕ ਸਟੂਡੈਂਟ ਦੀ 1 ਸਾਲ ਦੀ ਹੈ ਤੇ ਹੁਣ ਉਧਰ ਆਪਾਂ ਧਰਨਾ ਲਾ ਕੇ ਕਹਿੰਦੇ ਕਿ ਫੀਸਾਂ ਮਾਫ ਕਰੋ ਤੇ ਘਟਾਓ ਤੇ ਆਪਣੇ ਕਾਲਜ ਵਿੱਚ ਜੇ ਅਸੀਂ 3 ਮਹੀਨੇ ਦੀ ਵੀ ਛੋਟ ਨਹੀਂ ਦੇ ਸਕਦੇ ਅਗਰ 3 ਮਹੀਨੇ ਕਾਲਜ ਬੰਦ ਰਿਹਾ 22 ਮਾਰਚ ਤੋਂ ਬਾਅਦ ਕਾਲਜਸ ਅੱਜ ਤੱਕ ਬੰਦ ਨੇ 3 ਮਹੀਨੇ ਘੱਟੋ ਘੱਟ ਅਗਰ 3 ਮਹੀਨੇ ਦਾ ਕੈਲਕੂਲੇਟ ਕਰੀਏ ਤਾਂ 1,78,000 ਰੁਪਏ ਫੀ ਸਟੂਡੈਂਟ ਦੀ ਫੀਸ 44,500 ਰੁਪਇਆ ਸਾਡੇ ਮਿੱਤਰਾਂ ਨੂੰ ਉਹਨਾਂ ਸਟੂਡੈਂਟਸ ਨੂੰ ਵਾਪਸ ਕਰ ਦੇਣੀ ਚਾਹੀਦੀ ਫਿਰ ਅਸੀਂ ਹੱਕ ਬਜਾਨਬ ਹੋ ਜਾਂਦੇ ਕਿ ਦੇਖੋ ਅਸੀਂ ਆਪਣੇ ਕਾਲਜ ਵਿੱਚ ਫੀਸ ਮਾਫ ਕੀਤੀ ਹੈ ਕਿਉਂਕਿ ਕਾਲਜਸ ਬੰਦ ਸੀ ਅਸੀਂ ਫੀਸ ਵਾਪਸ ਕਰ ਦਿੱਤੀ ਤੇ ਹੁਣ ਆਪਣੇ ਮਿਨਿਸਟਰ ਸਾਹਿਬ ਸੋਨੀ ਜੀ ਮੈਡੀਕਲ ਐਜੂਕੇਸ਼ਨ ਦੀਆਂ ਜਿਹੜੀਆਂ ਫੀਸਾਂ ਤੁਸੀਂ ਵਧਾਈਆਂ ਨੇ ਇਹ ਘਟਾਈਆਂ ਜਾਣ ਪਰ ਜਦੋਂ ਆਪਾਂ ਹੀ ਗਲਤ ਰਾਹ ਤੇ ਚੱਲਦੇ ਆ ਤੇ ਫਿਰ ਆਪਾਂ ਦੂਸਰੇ ਨੂੰ ਕੀ ਕਵਾਂਗੇ ਕਹਿੰਦੇ ਨੇ ਚੈਰਿਟੀ ਬਿਗਿਨਸ ਫਰੋਮ ਹੋਮ ਪਹਿਲਾਂ ਆਪਣੇ ਘਰੋਂ ਤੁਸੀਂ ਕੋਈ ਗੱਲ ਸ਼ੁਰੂ ਕਰੋਗੇ ਤੇ ਫਿਰ ਤੁਸੀਂ ਦੂਸਰੇ ਨੂੰ ਕੋਈ ਗੱਲ ਕਹਿਣ ਜਾ ਸਕਦੇ ਪਰ ਕੁੱਲ ਮਿਲਾ ਕੇ ਜਿਹੜਾ ਮੇਰਾ ਲਾਰਜਰ ਇਸ਼ੂ ਆ ਉਹ ਇਹੀ ਆ ਕਿ ਬਹੁਤ ਵੱਡੀ ਲੁੱਟ ਹੋ ਰਹੀ ਆ ਤੇ ਇਕੱਲੀ ਸ਼ਰਾਬ ਦੇ ਇਸ਼ੂ ਨੂੰ ਐਕਸਾਈਜ਼ ਦੀ ਚੋਰੀ ਨੂੰ ਜਿਹਦੇ ਵਿੱਚ ਡਿਸਟਿਲਰੀਆਂ ਵਾਲੇ ਵੀ ਚੋਰ ਨੇ ਟਰੱਕਾਂ ਦੇ ਟਰੱਕ ਕੱਢਦੇ ਨੇ ਜਿਹਦੇ ਵਿੱਚ ਰੀਟੇਲ ਵਿੱਚ ਸਾਰੇ ਪੰਜਾਬ ਦੇ 13,000 ਪਿੰਡਾਂ ਤੇ ਸ਼ਹਿਰਾਂ ਵਿੱਚ ਹੋਮ ਡਿਲੀਵਰੀ ਸ਼ਰਾਬ ਹੋ ਰਹੀ ਹੈ ਪੇਟੀਆਂ ਦੀ ਪੇਟੀਆਂ ਟੈਲੀਫੋਨ ਦੇ ਉੱਤੇ ਲੋਕਡਾਊਨ ਦੇ ਵਿੱਚ ਕਰਫਿਊ ਦੇ ਵਿੱਚ ਪਹੁੰਚਦੀਆਂ ਰਹੀਆਂ ਪੈਰਲਲ ਟ੍ਰੇਡ ਪੰਜਾਬ ਵਿੱਚ 2 ਨੰਬਰ ਦਾ ਚੱਲ ਰਿਹਾ ਵੈਸੇ ਤਾਂ ਸਰਕਾਰ ਕਹਿੰਦੀ ਕਿ ਸਾਨੂੰ ਲਗਭਗ 2,000 ਕਰੋੜ ਰੁਪਏ ਦਾ ਘਾਟਾ ਪਿਆ ਇਸ ਸਾਲ ਸਾਡਾ ਮੰਨਣਾ ਵਾ ਕਿ ਇਹ ਜਿਹੜੀ ਅੱਜ ਦੀ ਡੇਟ ਵਿੱਚ ਕੋਈ 6,000 ਕਰੋੜ ਰੁਪਏ ਦੀ ਐਕਸਾਈਜ਼ ਰੈਵਨਿਊ ਦਿਖਾ ਰਹੀ ਹੈ ਸਰਕਾਰ ਜੇ ਸਰਕਾਰ ਸੰਜੀਦਗੀ ਦੇ ਨਾਲ ਲਗਾਮਾਂ ਕੱਸੇ ਜਾਂ ਇਸ ਦੀ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਇਕੱਲੇ ਸ਼ਰਾਬ ਦੇ ਵਪਾਰ ਨੂੰ ਚਲਾਵੇ ਆਈ ਐਮ ਕੁਆਇਟ ਸ਼ੋਰ ਕਿ ਇੱਕ ਸਾਲ ਵਿੱਚ ਆਲਮੋਸਟ 20,000 ਕਰੋੜ ਰੁਪਇਆ ਕਮਾਇਆ ਜਾ ਸਕਦਾ ਸੋ ਮਤਲਬ 15,000 ਕਰੋੜ ਰੁਪਇਆ ਤਾਂ ਆਪਾਂ ਇੱਕ ਡਿਪਾਰਟਮੈਂਟ ਚੋਂ ਨਲਾਇਕੀ ਦੇ ਕਰਕੇ ਹੇਰਾ ਫੇਰੀ ਕਰਕੇ ਕਾਲਾ ਬਾਜ਼ਾਰੀ ਕਰਕੇ ਇੱਕ ਡਿਪਾਰਟਮੈਂਟ ਚੋਂ ਲੂਜ਼ ਕਰ ਰਹੇ ਹਾਂ ਇਹ ਕੋਈ ਫਕਰ ਵਾਲੀ ਗੱਲ ਨਹੀਂ ਪਰ ਕਹਿੰਦੇ ਨੇ ਨਾ ਕਿ ਪੰਜਾਬ ਦੇ ਐਲਕੋਹਲ ਕੰਜ਼ੰਪਸ਼ਨ ਸਭ ਤੋਂ ਹਾਈਐਸਟ ਹੈ ਸਾਰੇ ਇੰਡੀਆ 'ਚ ਤੇ ਫਿਰ ਸਾਡੇ ਨਾਲੋਂ ਦੂਜੀਆਂ ਸਟੇਟਾਂ ਦੀ ਆਮਦਨ ਤੋਂ ਜ਼ਿਆਦਾ ਵਾ ਕਿਉਂਕਿ ਉੱਥੇ ਇਮਾਨਦਾਰੀ ਦੇ ਨਾਲ ਐਕਸਾਈਜ਼ ਰੈਵਨਿਊ ਜਿਹੜੀ ਇਕੱਠੀ ਹੁੰਦੀ ਆ ਚੋਰੀ ਨਹੀਂ ਹੋਣ ਦਿੰਦੇ ਮੇਰਾ ਅੱਜ ਮਕਸਦ ਸੀਗਾ ਕਿ ਤੁਹਾਨੂੰ ਸਿਰਫ ਇੱਕ ਮੁੱਦੇ ਦੇ ਉੱਤੇ ਫੋਕਸ ਕਰਕੇ ਜਿਹਦੇ 'ਚ ਮਿਨਿਸਟਰਸ ਵੀ ਭੱਜ ਗਏ ਜਿਹਦੇ 'ਚ 12 ਕਾਂਗਰਸ ਦੇ ਐਮਐਲਏਜ਼ ਵੀ ਹੱਥ ਖੜੇ ਕਰਕੇ ਚਲੇ ਗਏ ਬਿਨਾਂ ਕਿਸੇ ਪ੍ਰਾਪਤੀ ਤੋਂ ਤੇ ਜਿਹਦੇ ਵਿੱਚ ਆਪੋਜੀਸ਼ਨ ਪਾਰਟੀਆਂ ਵੀ ਸੁਖਬੀਰ ਸਿੰਘ ਬਾਦਲ ਨੇ ਇੱਕ ਦਿਨ ਮੀਡੀਆ ਨੂੰ ਮਿਲੇ ਉਹਨਾਂ ਨੇ ਕਹਿਤਾ ਬੜੀ ਗਲਤ ਗੱਲ ਹੈ ਚੋਰੀ ਹੋ ਰਹੀ ਕਾਂਗਰਸੀ ਖਾ ਗਏ ਉਸ ਤੋਂ ਬਾਅਦ ਕਿੱਥੇ ਨੇ ਜਿਹੜੇ ਸਾਡੇ ਦੋਸਤ ਨੇ ਆਮ ਆਦਮੀ ਪਾਰਟੀ ਵਾਲੇ ਉਹ ਕਿੱਥੇ ਨੇ ਇਹਦੇ ਤੇ ਤਾਂ ਫਿਰ ਕੰਸਿਸਟੈਂਟਲੀ ਇਦਾਂ ਦੀ ਲੜਾਈ ਲੜੋ ਕਿ ਪੰਜਾਬ ਸਰਕਾਰ ਨੂੰ ਇਹਦੇ ਤੇ ਆਮ ਜਨਤਾ ਨੂੰ ਅਕਾਊਂਟੇਬਲ ਹੋਣਾ ਪਵੇ ਉਹਨਾਂ ਨੂੰ ਦੱਸਣਾ ਪਵੇ ਕਿ ਹਾਂ ਆਹ ਸਾਡੇ ਲਾਸਸ ਨੇ ਇੰਨੇ ਕੇਸਿਸ ਰਜਿਸਟਰ ਕੀਤੇ ਬਾਈ ਨੇਮ ਕੀਤੇ ਨੇ
ਅਸੀਂ ਰਿਕਵਰੀਜ਼ ਕਰਾਂਗੇ ਔਰ ਇੰਨਾ ਸਾਡਾ ਜਿਹੜਾ ਟੀਚਾ ਹੈ ਅਗਲੇ ਸਾਲ ਅਸੀਂ ਐਕਸਾਈਜ਼ ਦੀ ਰੈਵਨਿਊ ਦਾ ਵਧਾਵਾਂ ਤਾਂ ਕਿ ਸਾਡੇ ਖਜ਼ਾਨੇ ਵਿੱਚ ਪੈਸਾ ਆਵੇ। ਸੋ ਮੇਰੇ ਦੋਸਤੋ, ਮੇਰੇ ਮਿੱਤਰੋ, ਮੇਰੇ ਵੀਰੋ ਤੇ ਭੈਣੋ, ਜੋ ਕੁਝ ਵੀ ਮੈਂ ਕਿਹਾ ਵਾ ਇਹ ਸਿਰਫ ਇੱਕ ਐਗਜ਼ਾਮਪਲ ਪੇਸ਼ ਕੀਤਾ। ਉਮੀਦ ਕਰਦਾ ਕਿ ਤੁਸੀਂ ਸਾਰੇ ਵਿਸ਼ਵ 'ਚ ਬੈਠੇ ਜਿੰਨੇ ਵੀ ਹੋ ਪੰਜਾਬ ਨਾਲ ਹਮਦਰਦੀ ਕਰਦੇ ਹੋ, ਤੁਸੀਂ ਇਹ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਸਮਝੋਗੇ। ਸੋਸ਼ਲ ਮੀਡੀਆ, ਮੈਂ ਦੁਬਾਰਾ ਕਹਿੰਦਾ ਹਰ ਵਾਰੀ ਕਿ ਸੋਸ਼ਲ ਮੀਡੀਆ ਇਜ਼ ਅ ਪਲੇਟਫਾਰਮ ਜਿਹਦੇ ਤੇ ਆਪਾਂ ਕੋਈ ਲੌਜਿਕ ਗੱਲ ਕਰੀਏ, ਜਿਹਦੇ ਨਾਲ ਬਾਦਲੀ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਗੱਲ। ਜਦੋਂ ਤੁਸੀਂ ਗਲਤ ਗਾਲਾਂ ਲਿਖਦੇ ਹੋ, ਤੁਹਾਡੀਆਂ ਧੀਆਂ ਭੈਣਾਂ ਵੀ ਪੜ੍ਹ ਰਹੀਆਂ, ਤੁਹਾਡੀ ਮਾਤਾਵਾਂ ਪੜ੍ਹ ਰਹੀਆਂ। ਜਦੋਂ ਤੁਸੀਂ ਕੋਈ ਲਿਖਦੇ ਹੋ ਨਾ, ਕਿਸੇ ਨੂੰ ਫਰਜ਼ ਕਰੋ ਗਾਲ, ਇਕੱਲੇ ਮੈਨੂੰ ਨਹੀਂ, ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ, ਸੁਖਬੀਰ ਨੂੰ, ਹਰਸਿਮਰਤ ਨੂੰ ਜਾਂ ਹੋਰ ਕਿਸੇ ਆਗੂ ਨੂੰ ਤੁਸੀਂ ਗਾਲ ਲਿਖਦੇ ਹੋ, ਉਹ ਜਦੋਂ ਤੁਹਾਡੀ ਧੀ ਭੈਣ ਦੇਖਦੀ ਹੋ ਕਹਿੰਦੀ ਮੇਰਾ ਭਰਾ ਤੇ ਮੇਰਾ ਪਿਓ ਐਡਾ ਕਮੀਨਾ ਵਾ, ਇਹ ਸਾਨੂੰ ਗਾਲਾਂ ਕੱਢ ਰਿਹਾ ਵਾ। ਇਸ ਲਈ ਗਾਲਾਂ ਅਵੋਇਡ ਕਰੋ। ਕੋਈ ਵੀ ਗਲਤ ਲੈਂਗੁਏਜ ਨਾਲ, ਅਸੀਂ ਚਾਹੀਏ ਤਾਂ ਤੁਹਾਡੇ ਤੇ ਗਾਲੀ ਗਲੋਚ ਦੇ ਮੁਕੱਦਮੇ ਦਰਜ ਕਰਾ ਸਕਦਾ ਹੈ। ਸਾਈਬਰ ਲਾਜ਼ ਇੰਪਾਵਰਡ ਨੇ, ਜਿਹੜੇ ਲੋਕ ਗਲਤ ਲਿਖਦੇ ਨੇ ਨਾ, ਗਾਲੀ ਗਲੋਚ ਕਰਦੇ, ਉਹਦੇ ਤੇ ਬਕਾਇਦਾ ਤੌਰ ਤੇ ਕੇਸ ਰਜਿਸਟਰ ਹੋ ਸਕਦਾ। ਪਰ ਮੈਂ ਇੱਦਾਂ ਦੀ ਕੋਈ ਗੱਲ ਜਾਣਨਾ ਨਹੀਂ ਚਾਹੁੰਦਾ। ਅਵੋਇਡ ਕਰੋ, ਅੱਛੀ ਲੈਂਗੁਏਜ ਲਿਖੋ। ਆਪਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਚੰਗੀ ਸਿੱਖਿਆ ਦਿੱਤੀ ਹੈ। ਅੱਛੇ ਸ਼ਬਦਾਂ ਵਿੱਚ ਜੇ ਕ੍ਰਿਟਿਸਿਜ਼ਮ ਵੀ ਕਰਨਾ, ਮੀਨਿੰਗਫੁਲ ਕ੍ਰਿਟਿਸਿਜ਼ਮ ਕਰੋਗੇ, ਕੰਸਟਰਕਟਿਵ ਕ੍ਰਿਟਿਸਿਜ਼ਮ ਕਰੋਗੇ ਤਾਂ ਜਿਹੜੇ ਵਿਅਕਤੀ ਨੂੰ ਆਪਣਾ ਜਵਾਬ ਵੀ ਦੇ ਸਕਦੇ। ਜਦੋਂ ਤੁਸੀਂ ਐਵੇਂ ਬੇਤੁਕੀ ਗਾਲੀ ਗਲੋਚ ਗਲਤ ਸ਼ਬਦ ਲਿਖਦੇ ਹੋ, ਉਹ ਤੁਹਾਡੇ ਆਪਣੀਆਂ ਧੀਆਂ ਭੈਣਾਂ ਤੇ ਲਾਗੂ ਹੁੰਦੇ ਨੇ, ਸਾਡੇ ਕਿਸੇ ਤੇ ਕੁਝ ਨਹੀਂ ਜਾਂਦਾ। ਸੋ ਉਮੀਦ ਕਰਦਾ ਕਿ ਅੱਛੀ ਲੈਂਗੁਏਜ ਲਿਖੋਗੇ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।